औज़ुबिल्लाहि मिनश्शैतानिर्रजीम बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतुल मुत्तक़ीन। अस्सलातु वस्सलामु अला रसूलिहिल करीम। अस्सलातु वस्सलामु अला रसूलिहिल करीम। अस्सलातु वस्सलामु अला रसूलिहिल करीम। दोस्तों अस्सलामु अलैकुम। डॉक्टर नसीर कल हाज़र CNP न्यूज़। दोस्तों मैं कल इस्लामाबाद गया सी ਤੇ ਰਸਤੇ 'ਚ ਜਾਂਦਿਆਂ ਮੈਂ ਦੇਖਿਆ ਕਿ ਦਰਿਆ ਚਨਾਬ ਨੇ ਬਹੁਤ ਤਬਾਹੀ ਉਤਾਰੀ ਆ। ਮੋਟਰਵੇ ਦੇ ਮਗਰਬੀ ਮਸ਼ਰਕੀ ਸਿੰਬਤ ਵੱਲ ਤੇ ਪਾਣੀ ਹੀ ਪਾਣੀ ਆ। ਜਿਉਂ ਪਿੰਡੀ ਭੱਟੀਆਂ ਤੋਂ ਲੱਗੋ ਤੇ ਆਪਣਾ ਅਗਲਾ ਜਿਹੜਾ ਸਟਾਪ ਇੰਟਰਚੇਂਜ ਆਉਂਦਾ ਵੇ ਸਿਆਲ ਮੋੜ, ਉੱਥੋਂ ਤੱਕ ਬਹੁਤ ਪਾਣੀ ਆ ਔਰ ਦਰਿਆ ਵੀ ਫਰਾਟੇ ਭਰ ਰਿਹਾ। ਬਹੁਤ ਦਰਿਆ 'ਚ ਪਾਣੀ ਆ, ਬੜਾ ਤੇਜ਼ ਤਰਾਰ ਪਾਣੀ ਚੱਲ ਰਿਹਾ, ਬਹੁਤ ਤੇਜ਼ੀ ਨਾਲ ਜਾ ਰਿਹਾ। ਲੇਕਿਨ जिस वे अगे गए अपने बेरा क्रॉस किया, उत्थे आ जाता दरिया जेहलम, तो जेहलम च पानी है नहीं सी। लेकिन हैरानगी की गल है कि पानी ने इन्नी तबाही लाई है। चनियोट तो लगभो उपर चले जो हाफजाबाद, उपर चलो जो हैडमराला, उपर उस तो चले जो सियालकोट, डस्का, नारोवाल, सारे ते तबाही ला गई है। ਤੇ ਬਾਕੀ ਇਧਰ ਦੀ ਜਿਹੜੀ ਸਿਮਤ ਹੈ ਸਾਡੇ ਲਾਹੌਰ ਸਾਈਡ ਦੀ, ਉਹ ਰਾਵੀ ਨੇ ਤੇ ਜੋ ਕੀਤਾ ਸੋ ਕੀਤਾ। ਰਾਵੀ ਦੇ ਅੱਗੇ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਨਹੀਂ ਕੀਤਾ, ਲੇਕਿਨ ਦਰਿਆ ਸਤਲੁਜ ਨੇ ਔਰ ਦਰਿਆ ਚਨਾਬ ਨੇ ਪੰਜਾਬ ਦੀ ਬਹੁਤ ਤਬਾਹੀ ਲਾਈ ਹੈ। ਦੋਸਤੋ ਹੈਰਾਨਗੀ ਦੀ ਗੱਲ ਹੈ ਕਿ ਜਿਹੜਾ ਚਨਾਬ ਆ ਉਹ ਬਿਲਕੁਲ ਗੁਜਰਾਤ ਦੇ ਨਾਲੋਂ ਦੀ ਲੰਘਦਾ, ਲੇਕਿਨ ਗੁਜਰਾਤ ਨੂੰ ਉਹਨੇ ਨੁਕਸਾਨ ਸੈਲਾਬ ਨੇ ਨਹੀਂ ਦਿੱਤਾ। ਲੇਕਿਨ ਉੱਥੇ ਜੇ ਬਾਰਿਸ਼ਾਂ ਹੋਈਆਂ ਉਹਨੇ ਉਹ ਤਬਾਹੀ ਲਾਈ ਹੈ ਸ਼ਹਿਰ ਦੀ ਜਿਹਦਾ ਹਿਸਾਬ ਵੀ ਕੋਈ ਨਹੀਂ। ਇਸ ਤੋਂ ਅੰਦਾਜ਼ਾ ਹੁੰਦਾ ਕਿ ਸਾਡੀ ਗਵਰਨਮੈਂਟ ਕਿੰਨੀ ਮੁਖਲਸ ਔਰ ਕਿੰਨੀ ਕੰਮ ਕਰਨ ਦੇ ਆਦੀ ਹੈ, ਕਿੰਨਾ ਕੰਮ ਕਰ ਰਹੀ ਹੈ ਸੂਬੇ ਦੇ ਅੰਦਰ। ਕਿਉਂਕਿ ਗੁਜਰਾਤ ਅੱਧਾ ਡੁੱਬਿਆ ਪਿਆ ਸੀ ਔਰ ਸਿਰਫ ਉਹ ਬਾਰਿਸ਼ ਦੇ ਪਾਣੀ ਨਾਲ ਡੁੱਬਿਆ ਪਿਆ ਸੀ, ਬਾਹਰੋਂ ਫਲੱਡ ਦਾ ਪਾਣੀ ਉੱਚ ਨਹੀਂ ਆਇਆ। ਦੋਸਤੋ ਮੈਂ ਨਾ ਇਸੇ ਤਰ੍ਹਾਂ ਦੇਖਿਆ ਕਿ ਜਿਹੜਾ ਹੈ ਆਪਣਾ ਕਸੂਰ ਤੋਂ ਲਗਭਗ ਅੱਗੇ ਤੋੜ ਤੱਕ, ਜਿੱਥੋਂ ਤੱਕ ਵੀ ਸਤਲੁਜ ਜਾ ਰਿਹਾ ਉਹ ਤਬਾਹੀ ਲਾਉਂਦਾ ਜਾ ਰਿਹਾ ਔਰ ਕਿਸੇ ਬੰਦੇ ਦੀ ਤਵੱਜੋ ਨਹੀਂ ਸਿਵਾਏ ਆਪਣੇ ਟਿਕਟਾਕ ਤੋਂ। ਈਵਨ ਡੀਸੀਜ਼ ਜਿਹੜਾ ਦੀ ਬੇਸਿਕ ਜ਼ਿੰਮੇਵਾਰੀ ਆ ਕਿ ਉਹ ਇਸ ਚੀਜ਼ ਦਾ ਤਦਾਰਕ ਕਰਦੇ ਜਾਂ ਇਸ ਚੀਜ਼ ਨੂੰ ਪ੍ਰਾਇਰਲੀ ਦੇਖਦੇ, ਇਹਨਾਂ ਦੇ ਮਨਸੂਬਾਬੰਦੀਆਂ ਕਰਦੇ, ਹਿਫਾਜ਼ਤੀ ਤਦਾਬੀਰਾਂ ਕੀ ਕਰਨੀਆਂ, ਕੋਈ ਕਿਸੇ ਨੇ ਨਹੀਂ ਕੀਤਾ। ਸਿਰਫ ਇੱਕੋ ਗੱਲ 'ਚ ਖੁਸ਼ ਨੇ ਕਿ ਸਾਨੂੰ ਕਿਹੜਾ ਕਿਸੇ ਨੇ ਪੁੱਛਣਾ, ਔਰ ਵਾਕਿਆ ਕੋਈ ਨਹੀਂ ਪੁੱਛਦਾ ਇੱਥੇ। ਦੋਸਤੋ ਮੈਨੂੰ ਇਸ ਤੋਂ ਇੱਕ ਗੱਲ ਹੀ ਯਾਦ ਆ ਗਈ। ਇੱਕ ਪਿੰਡ ਸੀ, ਬੜੀ ਪੁਰਾਣੀ ਦਾਸਤਾਨ ਹੈ। ਇੱਕ ਪਿੰਡ ਸੀ, ਉੱਥੇ ਇੱਕ ਸ਼ੇਰ ਆਉਂਦਾ ਸੀ। ਉਹ ਬੱਚੇ ਨੂੰ ਚੁੱਕਣਾ ਉਹਨੇ ਤੇ ਬੱਚੇ ਨੂੰ ਲੈ ਜਾਣਾ। ਪੁਰਾਣਾ ਹੋ ਗਿਆ ਹੋਏਗਾ, ਜਰਾ ਬੁੱਢਾ ਹੋ ਗਿਆ, ਕਿਉਂਕਿ ਜਿਸ ਵੇਲੇ ਬੁੱਢਾ ਹੋ ਜਾਂਦਾ ਨਾ ਸ਼ੇਰ, ਉਹ ਫਿਰ ਜਾਨਵਰਾਂ ਦੇ ਮਗਰ ਇੰਨਾ ਤੇਜ਼ੀ ਨਾਲ ਦੌੜ ਨਹੀਂ ਸਕਦਾ ਔਰ ਉਹਨੂੰ ਬੱਚਾ ਆਪਣੇ ਸ਼ਿਕਾਰ ਨਹੀਂ ਕਰ ਸਕਦਾ। ਉਹ ਆਸਾਨ ਤਰੀਨ ਸ਼ਿਕਾਰ ਉਹਦੇ ਵਾਸਤੇ ਇਨਸਾਨ ਹੁੰਦਾ, ਔਰ ਖੁਸੂਸਨ ਇਨਸਾਨ ਦੇ ਬੱਚੇ। ਉਹਨੇ ਸ਼ੇਰ ਨੇ ਆਉਣਾ ਉਸ ਆਬਾਦੀ ਦੇ ਵਿੱਚ, ਉੱਥੇ ਵੇਖਣਾ ਇੱਕ ਬੜਾ ਜਿਹੜਾ ਨੰਬਰਦਾਰ ਸੀ ਨਾ ਉਸ ਆਬਾਦੀ ਦਾ, ਜਾਂ ਜ਼ੈਲਦਾਰ ਸੀ ਜਾਂ ਚੌਧਰੀ ਸੀ, ਉਹਦਾ ਤਾਂ ਵੱਡਾ ਘਰ ਸੀ ਕਾਫੀ, ਤੇ ਬਾਕੀ ਝੌਂਪੜੀਆਂ ਸੀ। ਉੱਥੇ ਉਹਨੇ ਆਉਣਾ, ਜਿਹਦੀ ਝੌਂਪੜੀ ਚੋਂ ਬੱਚਾ ਲੱਭਣਾ ਉਹਨੇ ਚੁੱਕ ਕੇ ਤੇ ਲੈ ਜਾਣਾ, ਜਾ ਕੇ ਖਾ ਪੀ ਲੈਣਾ ਰੋਜ਼ਾਨਾ ਹੀ। ਦੂਸਰੇ ਤੀਸਰੇ ਦਿਨ ਉਹਨੇ ਆ ਕੇ ਆਪਣਾ ਸ਼ਿਕਾਰ ਖਾਣਾ ਤੇ ਲੈ ਜਾਣਾ ਤੇ ਖਾ ਜਾਣਾ। ਅੱਛਾ, ਲੋਕ ਵਿਚਾਰੇ ਚੀਖਦੇ ਰਹੇ, ਚਾਹੁੰਦੇ ਰਹੇ। ਚੌਧਰੀ ਕੋ ਵੀ ਗਏ, ਉਹਨਾਂ ਇੱਧਰ ਉੱਧਰ ਦਰਖਾਸਤਾਂ ਵੀ ਦਿੱਤੀਆਂ ਕਿ ਸਾਡੇ ਜੀ ਸ਼ਿਕਾਰ ਬੱਚੇ ਹੋ ਰਹੇ ਨੇ, ਸਾਡੇ ਬੱਚਿਆਂ ਨੂੰ ਚੁੱਕ ਕੇ ਸ਼ੇਰ ਲਿਜਾ ਰਿਹਾ, ਲੇਕਿਨ ਕੋਈ ਉਹਦਾ ਬੰਦੋਬਸਤ ਕਿਸੇ ਨੇ ਨਹੀਂ ਕੀਤਾ। ਇੱਕ ਦਿਨ ਇੱਕ ਗਰੀਬ ਔਰਤ ਦਾ ਬੱਚਾ ਉਹ ਚੁੱਕ ਕੇ ਲੈ ਗਿਆ ਸ਼ੇਰ, ਤੇ ਸ਼ੇਰ ਜਿਸ ਵੇਲੇ ਲੈ ਗਿਆ ਉਹ ਰੋਈ ਨਹੀਂ। ਉਹਨੇ ਅੱਲਾਹ ਅੱਗੇ ਇੱਕ ਦੁਆ ਕੀਤੀ, ਯਾ ਅੱਲਾ ਮੇਰਾ ਬੱਚਾ ਤੇ ਗਿਆ, ਹੋਰ ਵੀ ਗਰੀਬਾਂ ਦੇ ਬੜੇ ਬੱਚੇ ਗਏ ਨੇ, ਲੇਕਿਨ ਯਾ ਅੱਲਾ ਇਹ ਜਿਹੜਾ ਚੌਧਰੀ ਹੈ ਨਾ ਇਸ ਪਿੰਡ ਦਾ, ਜਿਹੜਾ ਸਭ ਤੋਂ ਵੱਡਾ ਵਾ, ਜਿਹੜਾ ਸਭ ਕੁਝ ਕਰ ਸਕਦਾ ਤੇ ਨਹੀਂ ਕਰਦਾ, ਯਾ ਅੱਲਾ ਇਹਦਾ ਬੱਚਾ ਸ਼ੇਰ ਖਾਵੇ ਨਾ ਤੇ ਫਿਰ ਗੱਲ ਠੀਕ ਹੁੰਦੀ ਆ। 2-3 ਦਿਨ ਤੋਂ ਬਾਅਦ ਸ਼ੇਰ ਆਇਆ, ਉਸ ਮਾਈ ਦੀ ਦੁਆ ਕਬੂਲ ਹੋ ਗਈ ਔਰ ਉਹਦਾ ਬੱਚਾ ਹੀ ਚੁੱਕ ਕੇ ਲੈ ਗਿਆ। ਜਿਸ ਵੇਲੇ ਲੈ ਗਿਆ ਫਿਰ ਜਨਾਬ ਉਹਨੇ ਬੰਦੂਕਾਂ ਵੀ ਮੰਗਵਾਈਆਂ, ਬਾਹਰੋਂ ਸ਼ਿਕਾਰੀ ਵੀ ਮੰਗਵਾਏ, ਬੜਾ ਦੌੜ ਕਰਕੇ ਸ਼ੇਰ ਮਾਰਤਾ। ਕਾਸ਼ ਜਿਹੜੇ ਮੇਰੇ ਭਰਾ ਸਾਡੇ ਬੱਚੇ ਡੁੱਬ ਰਹੇ ਨੇ, ਕਾਸ਼ ਕਿਤੇ ਇਹ ਜਿਹੜੇ ਮੁਕਤਦਰੀਆ ਨੇ ਇਹਨਾਂ ਦੇ ਬੱਚੇ ਵੀ ਡੁੱਬਦੇ ਹੋਣ, ਇਹ ਵੀ ਗੋਤੇ ਖਾਂਦੇ ਹੋਣ,
ਇਹ ਵੀ ਇਹਦੇ ਵੀ ਕੋਈ ਮਰਦੇ ਹੋਣ, ਫਿਰ ਇਹਨਾਂ ਨੂੰ ਅਹਿਸਾਸ ਹੋਵੇ ਕਿ ਇਹ ਕਿੱਡਾ ਦੁੱਖ ਆ, ਕਿੱਡੀ ਤਕਲੀਫ ਤੇ ਮਰਹਲਾ ਵਾ, ਕਿੰਨੀ ਮੁਸ਼ਕਲ ਚੀਜ਼ ਆ, ਔਰ ਕਿੰਨੇ ਮਸਾਇਬ ਆਉਂਦੇ ਨੇ ਇਨਸਾਨ ਵਾਸਤੇ, ਉਹਦੇ ਖਾਨਦਾਨ ਵਾਸਤੇ, ਜਿੱਥੋਂ ਦੀ ਪਾਣੀ ਲੰਘ ਜਾਂਦਾ ਜਾਂ ਉਹਨਾਂ ਦੇ ਜੀ ਗੁਆਚ ਜਾਂਦੇ ਨੇ। ਤੁਸੀਂ ਦੇਖੋ, ਲੋਕਾਂ ਦੇ ਘਰ ਰੁੜ ਗਏ, ਲੋਕਾਂ ਦੀਆਂ ਸਬਜ਼ੀਆਂ, ਫਲ, ਲੋਕਾਂ ਦੀਆਂ ਫਸਲਾਂ ਰੁੜ ਗਈਆਂ, ਲੋਕਾਂ ਨੇ ਜੋ ਆਪਣੇ ਦਾਣੇ ਜਾਂ ਆਪਣੇ ਜਨਾਸ ਰੱਖੀ ਸੀ ਜਾਂ ਸਾਰੇ ਸਾਲ ਵਾਸਤੇ ਸਾਰੀ ਰੁੜ ਗਈ। ਉਸ ਤੋਂ ਬਾਅਦ ਜੋ ਉਹਨਾਂ ਦੇ ਜਾਨਵਰ ਸੀ ਉਹ ਰੁੜ ਗਏ, ਉਹਨਾਂ ਦੇ ਈਵਨ ਘਰ ਦੇ ਜੀਵ ਵੀ ਰੁੜ ਗਏ, ਲੇਕਿਨ ਇਹਨਾਂ ਦੇ ਕਿਸੇ ਦੇ ਕੰਨਾਂ ਤੇ ਜੂੰ ਨਹੀਂ ਰਿੰਗੀ। ਕਾਸ਼ ਉਸ ਤਰ੍ਹਾਂ ਦੀ ਕੋਈ ਬਦਦੁਆ ਇਹਨਾਂ ਚੋਂ ਵੀ ਕੋਈ ਮਾਈ ਕਰੇ ਜਿਹਦੇ ਵਿਚਾਰੇ ਨਾਲ ਇਹ ਨੁਕਸਾਨ ਹੋਇਆ, ਤੇ ਇਹਨਾਂ ਨੂੰ ਭੁਗਤਣਾ ਪਏ, ਫਿਰ ਇਹਨਾਂ ਨੂੰ ਪਤਾ ਲੱਗੇ ਵੀ ਕਿਸ ਭਾਅ ਵਿਕਦੀ ਆ। ਹੁਣ ਤੁਸੀਂ ਬਦਬਖਤੀ ਇਸ ਕੌਮ ਦੀ ਦੇਖੋ, ਜਾਂ ਬਦਬਖਤੀ ਇਹਨਾਂ ਮੁਕਤਦਰੀਆਂ ਦੀ ਦੇਖੋ, ਕਿ ਜਦੋਂ ਜ਼ਿਮੀਂਦਾਰ ਦੀ ਕਣਕ ਆਈ ਸੀ ਉਦੋਂ 2000 ਰੁਪਏ ਵੀ ਕੋਈ ਨਹੀਂ ਸੀ ਲੈਂਦਾ, 2000 ਰੁਪਏ ਵੀ ਗਵਰਨਮੈਂਟ ਨੇ ਸੀ ਖਰੀਦੀ। ਹੁਣ ਜਦੋਂ ਉਹਨਾਂ ਦੇ ਹੱਥੋਂ ਨਿਕਲ ਗਈ ਆ, ਹੁਣ ਜਨਾਬ 3 ਤੋਂ 35 40 35 40 100 ਰੁਪਏ ਤੇ ਪਹੁੰਚ ਗਈ ਆ, ਯਾਨੀ ਉਸ ਰੇਟ ਤੋਂ ਡਬਲ ਰੇਟ ਤੇ। ਔਰ ਤੁਸੀਂ ਦੇਖਣਾ, ਮੈਂ ਅੱਜ ਇਹ ਪੇਸ਼ਗੋਈ ਕਰਨ ਜਾ ਰਿਹਾ, ਤੁਸੀਂ ਦੇਖਣਾ ਮਹੀਨੇ ਰਹਿ ਗਏ ਨੇ ਸਿਰਫ 2, ਅਕਤੂਬਰ ਤੇ ਨਵੰਬਰ। ਦਸੰਬਰ ਚ ਅਗਰ ਇਹਨਾਂ ਕਣਕ ਨਾ ਮੰਗਵਾਈ ਬਾਹਰੋਂ, ਸਾਡੇ ਮੁਲਕ ਚ ਕਹਿਤ ਸਾਲੀ ਦਾ ਦੌਰ ਸ਼ੁਰੂ ਹੋਣਾ, ਔਰ ਇੱਥੇ ਉਹ ਕਣਕ ਦਾ ਰੇਟ ਜਿਹੜਾ 2000 ਰੁਪਇਆ ਕੋਈ ਨਹੀਂ ਚੁੱਕਦਾ, ਇਹ 6 7 ਹਜ਼ਾਰ ਰੁਪਏ ਨਹੀਂ ਸਾਨੂੰ ਮਿਲਣੇ। ਦੋਸਤੋ, ਜਿਸ ਮੁਲਕ ਚ ਇਸ ਕਿਸਮ ਦੇ ਮਾਫੀਆ ਹੋਣ, ਇਸ ਕਿਸਮ ਦੀਆਂ ਹਕੂਮਤਾਂ ਹੋਣ, ਇਸ ਕਿਸਮ ਦੇ ਮੁਕਤਦਰੀਆ ਹੋਵੇ, ਤੇ ਫਿਰ ਉਹਨਾਂ ਲੋਕਾਂ ਦਾ ਇਹੋ ਹੀ ਹਾਲ ਹੁੰਦਾ ਜੋ ਇੱਥੇ ਹੋ ਰਿਹਾ। ਅੱਲਾਹ ਤਾਲਾ ਸਾਡੇ ਤੇ ਮਿਹਰਬਾਨੀਆਂ ਫਰਮਾਏ, ਅੱਲਾਹ ਸਾਨੂੰ ਇਹਨਾਂ ਦੇ ਸ਼ਰ ਤੋਂ ਬਚਾਏ, ਔਰ ਸਾਨੂੰ ਇਨਸਾਨ ਦੇ ਸ਼ਰ ਤੋਂ, ਸ਼ੈਤਾਨ ਦੇ ਸ਼ਰ ਤੋਂ ਬਚਾਏ। ਅੱਲਾਹ ਹਾਫਿਜ਼, अस्सलाम वालेकुम।